ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਪਰਮਾਤਮਾ ਦਾ ਨਾਮ ਲੈਣ ਵਾਲਾ ਇਨਸਾਨ ਰਹਿੰਦਾ ਸੀ। ਇਹ ਹਰ ਵੇਲੇ ਪੂਜਾ ਅਸਥਾਨ ਦੇ ਉੱਤੇ ਰਹਿੰਦਾ। ਇਸ ਦੇ ਘਰ ਦਾ ਗੁਜ਼ਾਰਾ ਚਾਹੇ ਬੜੀ ਮੁਸ਼ਕਲ ਦੇ ਨਾਲ ਚੱਲਦਾ, ਪਰ ਨਗਰ ਵਾਲਿਆਂ ਨੇ ਇਹਦੇ ਲਈ ਇੰਤਜ਼ਾਮ ਕੀਤਾ ਹੋਇਆ ਸੀ ਕਿ ਇਸ ਦਾ ਮਹੀਨੇ ਦਾ ਇੱਕ ਪੱਤਾ ਬੰਨਿਆ ਹੋਇਆ ਹੈ। ਸਾਰੇ ਕਹਿੰਦੇ ਸਨ ਕਿ ਇਹ ਪੂਜਾ ਅਸਥਾਨ ਦਾ ਰੱਖ ਰਖਾਵ ਕਰਦਾ ਹੈ, ਸਾਂਭ ਸੰਭਾਲ ਕਰਦਾ ਹੈ, ਦੋਵੇਂ ਵੇਲੇ ਪਰਮਾਤਮਾ ਦਾ ਨਾਮ ਲੈਂਦਾ ਹੈ, ਹੋਰ ਲੋਕਾਂ ਨੂੰ ਵੀ ਜੋੜਦਾ ਹੈ। ਇਸ ਕਰਕੇ ਇਸ ਨੂੰ ਕੁਝ ਨਾ ਕੁਝ ਸਾਡੇ ਵੱਲੋਂ ਵਿੱਤੀ ਸਹਾਇਤਾ ਦੇਣੀ ਜ਼ਰੂਰੀ ਹੈ। ਸਾਲ ਸਮਾਈ ਬਾਅਦ ਜਦੋਂ ਫਸਲਾਂ ਆਉਂਦੀਆਂ ਤਾਂ ਇਹਦੇ ਘਰ ਘਰ ਪ੍ਰਤੀ ਲੋਕ ਦਾਣੇ ਚੌਲ ਸਾਰਾ ਕੁਝ ਦੇ ਆਉਂਦੇ ਤਾਂ ਇਸ ਦੇ ਸਾਲ ਦਾ ਗੁਜ਼ਾਰਾ ਵਧੀਆ ਢੰਗ ਨਾਲ ਹੋ ਸਕੇ। ਇਸ ਨੇ ਵੀ ਕਦੇ ਲਾਲਚ ਨਹੀਂ ਸੀ ਕੀਤਾ। ਹੋਰ ਤੇ ਹੋਰ ਇਹ ਨਗਰ ਦੇ ਛੋਟੇ ਬੱਚਿਆਂ ਨੂੰ ਪੜ੍ਹਾਈ ਵੀ ਕਰਵਾਇਆ ਕਰਦਾ ਸੀ। ਸਭ ਨੂੰ ਇਹ ਦੁਨਿਆਵੀ ਵਿੱਦਿਆ ਕਰਵਾਉਂਦਾ, ਨਾਲ ਦੀ ਨਾਲ ਪਰਮਾਤਮਾ ਦੇ ਨਾਲ ਵੀ ਜੋੜਿਆ ਕਰਦਾ। ਦੂਰ ਦੂਰ ਤੱਕ ਇਹਦੇ ਚਰਚੇ ਹੁੰਦੇ ਕਿ ਬਹੁਤ ਨੇਕ ਪਾਕ ਇਨਸਾਨ ਹੈ, ਸਿਆਣਾ ਹੈ, ਮਿਹਨਤੀ ਹੈ, ਇਮਾਨਦਾਰ ਹੈ, ਅਗਲੀ ਪੀੜ੍ਹੀ ਨੂੰ, ਅਗਲੀ ਨਸਲ ਨੂੰ ਚੰਗੇ ਰਸਤੇ 'ਤੇ ਪਾ ਰਿਹਾ ਹੈ। ਸਮਾਂ ਬੀਤਦਾ ਗਿਆ ਤੇ ਇਹ ਲਗਾਤਾਰ ਚੰਗੇ ਕੰਮ ਕਰਦਾ ਗਿਆ। ਇਮਾਨਦਾਰੀ ਦੇ ਉੱਤੇ ਇਸ ਨੇ ਲਗਾਤਾਰ ਪਹਿਰਾ ਦਿੱਤਾ। ਇੱਕ ਵਾਰ ਇਸ ਨੂੰ ਇਸ ਦੇ ਘਰ ਕੋਈ ਰਿਸ਼ਤੇਦਾਰ ਆਏ ਤੇ ਉਹਨਾਂ ਨੇ ਇਹਦਾ ਘਰ ਦੇਖਿਆ ਤੇ ਇਹਦੇ ਘਰ ਦੇ ਵਿੱਚ ਕਈ ਕਿਸਮ ਦੀਆਂ ਨਗੋਚਾਂ ਕੱਢੀਆਂ। ਬੜਾ ਹੈਰਾਨ ਵੀ ਹੋਏ ਕਿ ਦੁਖੀ ਵੀ ਹੋਏ। ਮਨ ਹੀ ਮਨ ਵਿੱਚ ਸੋਚਣ ਲੱਗੇ ਕਿ ਗੱਲ ਤਾਂ ਇਹਨਾਂ ਨੇ ਸਾਰੇ ਠੀਕ ਕਹੀ ਹੈ। ਜਾਣ ਲੱਗਿਆ ਉਹ ਕਹਿ ਗਏ ਕਿ ਤੇਰੀ ਇਮਾਨਦਾਰੀ ਦਾ ਕੀ ਫਾਇਦਾ? ਸਾਰੀ ਉਮਰ ਤੂੰ ਨਗਰ ਵਾਲਿਆਂ ਦੀ ਸੇਵਾ ਕੀਤੀ ਹੈ। ਜੇ ਉਹ ਤੈਨੂੰ ਨਵਾਂ ਘਰ ਨਹੀਂ ਪਾ ਕੇ ਦੇ ਸਕਦੇ ਤਾਂ ਫਿਰ ਇਸ ਇਮਾਨਦਾਰੀ ਦਾ ਕੀ ਕਰਨਾ? ਇਸ ਨੇ ਸੋਚਿਆ ਕਰਨਾ ਕਿ ਹੁਣ ਜਿੰਨੇ ਜਦੋਂ ਪੂਜਾ ਅਸਥਾਨ 'ਤੇ ਬੈਠਿਆ ਕਰਨਾ, ਇਸੇ ਮਨ ਦੇ ਵਿੱਚ ਉਹ ਗੱਲ ਚੱਲਦੀ ਰਹਿੰਦੀ। ਨਗਰ ਦੇ ਲੋਕ ਜਦੋਂ ਦਾਨ ਦਕਸ਼ਨਾ ਦੇ ਕੇ ਜਾਂਦੇ ਧਾਰਮਿਕ ਅਸਥਾਨ ਦੇ ਨਾਮ 'ਤੇ, ਉਹਦੇ ਵਿੱਚ ਧਾਰਮਿਕ ਅਸਥਾਨ 'ਤੇ ਨਵੀਨੀਕਰਨ ਦੀਆਂ, ਉਸ ਨੂੰ ਨਵਾਂ ਬਣਾਉਂਦੀਆਂ ਅਤੇ ਉਸ ਅਸਥਾਨ ਦੀ ਨਵੀਂ ਇਮਾਰਤ ਖੜ੍ਹਾ ਕਰਨ ਦੇ ਲਈ ਸਾਰੇ ਆਪੋ ਆਪਣੀ ਸਮਰੱਥਾ ਦੇ ਮੁਤਾਬਕ ਕੁਝ ਨਾ ਕੁਝ ਦੇ ਕੇ ਜਾਂਦੇ। ਇਸ ਨੂੰ ਹੁਣ ਇਹ ਸਾਰਾ ਕੁਝ ਦੇ ਕੇ ਗੁੱਸਾ ਆਇਆ ਕਰਦਾ ਕਿ ਮੇਰੇ ਬਾਰੇ ਕੋਈ ਨਹੀਂ ਸੋਚਦਾ। ਮੈਂ ਇਸ ਨਗਰ ਲਈ, ਇਸ ਨਗਰ ਦੀ ਅਗਲੀ ਪੀੜ੍ਹੀ ਦੇ ਲਈ ਇੰਨਾ ਕੁਝ ਕੀਤਾ, ਮੇਰੇ ਬਾਰੇ ਕਿਸੇ ਨੂੰ ਚਿੰਤਾ ਨਹੀਂ। ਜਿੱਥੋਂ ਸਾਰਾ ਮੈਂ ਦੇਖ ਰਿਹਾ ਹਾਂ ਕਿ ਸਾਰਾ ਸਾਂਭ ਸੰਭਾਲ ਮੈਂ ਕਰ ਰਿਹਾ ਹਾਂ, ਉਸ ਸਥਾਨ ਦੀ ਚਿੰਤਾ ਸਾਰਿਆਂ ਨੂੰ ਹੈ। ਕਿਤੇ ਨਾ ਕਿਤੇ ਉਹ ਜਿਹੜੇ ਇਸ ਦੇ ਰਿਸ਼ਤੇਦਾਰ ਸੀ, ਇਹਦੇ ਮਨ ਦੇ ਵਿੱਚ ਇੱਕ ਨਫ਼ਰਤ ਦਾ ਹੋ ਕੇ ਚਲੇ ਗਏ। ਸਮਾਂ ਲੰਘਦਾ ਗਿਆ, ਇਹਨੂੰ ਥੋੜ੍ਹਾ ਥੋੜ੍ਹਾ ਸਮਝ ਵੀ ਆਉਂਦਾ ਕਿ ਮੈਂ ਗਲਤ ਮਾਰਗ 'ਤੇ ਹਾਂ, ਪਰ ਇਸ ਨੂੰ ਇੱਕ ਚੀਜ਼ ਹਮੇਸ਼ਾ ਖਲਦੀ ਰਹਿੰਦੀ, ਰੜਕਦੀ ਰਹਿੰਦੀ ਕਿ ਮੇਰੇ ਘਰ ਵੀ ਚੰਗਾ ਹੋਣਾ ਚਾਹੀਦਾ ਹੈ। ਇੱਕ ਵਾਰ ਕੀ ਹੋਇਆ, ਉਸ ਨਗਰ ਦੇ ਵਿੱਚ ਉਸ ਧਾਰਮਿਕ ਅਸਥਾਨ 'ਤੇ ਕੋਈ ਵੱਡਾ ਇਕੱਠ ਸੀ। ਇਸ ਵੱਡੇ ਇਕੱਠ ਦੇ ਵਿੱਚ ਕਾਫੀ ਦਾਨ ਦਕਸ਼ਨਾ ਪ੍ਰਾਪਤ ਹੋਈ, ਜਿਹੜੀ ਸਾਰੀ ਦੀ ਸਾਰੀ ਉਸ ਅਸਥਾਨ ਦੇ ਨਵੀਨੀਕਰਨ 'ਤੇ ਲੱਗਣੀ ਸੀ। ਪਰ ਆਪਣੇ ਰਿਸ਼ਤੇਦਾਰਾਂ ਦੀਆਂ ਗੱਲਾਂ ਦੀ ਚੁੱਕ ਦੇ ਵਿੱਚ ਆ ਕੇ ਇਸੇ ਇਮਾਨਦਾਰੀ ਨੇ ਇਸ ਦਾ ਸਾਥ ਛੱਡ ਦਿੱਤਾ। ਇਸ ਨੇ ਉਸ ਇਕੱਤਰ ਹੋਈ ਧਨ ਰਾਸ਼ੀ ਦੇ ਵਿੱਚੋਂ ਕੁਝ ਪੈਸਾ ਪਾਸੇ ਕਰ ਲਿਆ ਤੇ ਇਸ ਨੇ ਸੋਚਿਆ ਕਿ ਹਰ ਵਾਰ ਮੈਂ ਇਸ ਤਰ੍ਹਾਂ ਕਰਕੇ ਆਪਣਾ ਨਵਾਂ ਮਕਾਨ ਬਣਾ ਲਵਾਂਗਾ। ਉਹ ਪੈਸੇ ਪਾਸੇ ਕਰਕੇ ਸ਼ਾਮ ਨੂੰ ਘਰ ਜਾਂਦਿਆਂ ਹੋਇਆਂ ਆਪਣੇ ਨਾਲ ਘਰ ਲੈ ਗਿਆ। ਘਰ ਜਦੋਂ ਘਰ ਵਾਲੀ ਨੇ ਪੁੱਛਿਆ ਕਿ ਨਗਰ ਵਾਲਿਆਂ ਨੇ ਤੈਨੂੰ ਆਪ ਦਿੱਤੇ ਨੇ ਪੈਸੇ, ਤੇਰੇ ਕੋਲ ਕਿੱਥੋਂ ਆਏ? ਇਸ ਨੇ ਘਰ ਵਾਲੀ ਨੂੰ ਸਾਰਾ ਸੱਚ ਦੱਸ ਦਿੱਤਾ। ਘਰ ਵਾਲੀ ਬਹੁਤ ਨਾਰਾਜ਼ ਹੋਈ, ਦੁਖੀ ਹੋਈ। ਕਹਿੰਦੀ, ਅੱਜ ਤੂੰ ਸਾਰੀ ਉਮਰ ਦੀ ਖੱਟੀ ਕਮਾਈ ਦੇ ਉੱਤੇ ਪਾਣੀ ਫੇਰ ਆਇਆ ਹੈ। ਇਸ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਇਹ ਰਾਤ ਵੇਲੇ ਹੀ ਵਾਪਸ ਪਰਤਿਆ ਤੇ ਜਿੱਥੇ ਬਾਕੀ ਦਾ ਧਨ ਰੱਖਿਆ ਹੋਇਆ ਸੀ ਉੱਥੇ ਜਾ ਕੇ ਪੈਸੇ ਰੱਖ ਦਿੱਤੇ। ਹੁਣ ਇਹ ਲਗਾਤਾਰ ਬੇਚੈਨ ਰਹਿਣ ਲੱਗਾ। ਰਾਤਾਂ ਦੀ ਨੀਂਦ ਇਸ ਦੀ ਉੱਡਣ ਲੱਗੀ। ਬੜਾ ਦੁਖੀ, ਬੜਾ ਪਰੇਸ਼ਾਨ ਰਹਿੰਦਾ। ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ। ਮੈਂ ਬਹੁਤ ਵੱਡੀ ਗਲਤੀ ਕੀਤੀ ਹੈ, ਮੈਂ ਬਹੁਤ ਵੱਡਾ ਪਾਪ ਕਰ ਲਿਆ। ਪਰ ਕਿਤੇ ਨਾ ਕਿਤੇ ਇਸ ਗੱਲ ਦੀ ਸੰਤੁਸ਼ਟੀ ਸੀ ਕਿ ਸਮਾਂ ਰਹਿੰਦਿਆਂ ਮੈਂ ਸਹੀ ਮਾਰਗ 'ਤੇ ਪਰਤ ਆਇਆ ਹਾਂ। ਕਹਿੰਦੇ ਇੱਕ ਦਿਨ ਉਸ ਨਗਰ ਦੇ ਵਿੱਚ ਇੱਕ ਬਹੁਤ ਬਜ਼ੁਰਗ, ਇੱਕ ਬਹੁਤ ਪੁੱਜਿਆ ਹੋਇਆ ਸਾਧੂ ਫਕੀਰ, ਇੱਕ ਸੰਤ ਉੱਥੇ ਆਣ ਪਹੁੰਚਿਆ। ਸੰਤ ਇਸ ਪੁਜਾਰੀ ਦੇ ਕੋਲ ਬੈਠ ਗਿਆ ਤੇ ਇਸ ਦੇ ਨਾਲ ਗੱਲਬਾਤ ਕੀਤੀ।
ਇਸ ਨੂੰ ਕਹਿਣ ਲੱਗਿਆ ਕਿ ਪੁੱਤਰ, ਮੈਨੂੰ ਤੂੰ ਬਹੁਤ ਹਿਤਾਸ਼ ਲੱਗਦਾ ਹੈ, ਬੜਾ ਪਰੇਸ਼ਾਨ ਲੱਗਦਾ ਹੈ, ਕੀ ਕਾਰਨ ਹੈ? ਇਸਨੇ ਕਿਹਾ ਕਿ ਸਾਧੂ ਜੀ, ਤੁਸੀਂ ਮੇਰੇ ਕੋਲੋਂ ਕੁਝ ਦਿਨ ਰੁਕੋ। ਮੈਂ ਕੱਲ੍ਹ ਨੂੰ ਤੁਹਾਨੂੰ ਆਪਣੀ ਬਿਪਤਾ ਜਿਹੜੀ ਤਕਲੀਫ ਹੈ ਉਸਦੀ ਸਾਂਝ ਪਾਵਾਂਗਾ। ਅੱਜ ਨਹੀਂ, ਅੱਜ ਮੈਨੂੰ ਤੁਹਾਡੀ ਸੇਵਾ ਕਰਨ ਦਿਓ। ਫਕੀਰ ਸਾਧੂ ਕਹਿੰਦਾ ਕਿ ਠੀਕ ਹੈ। ਰਾਤ ਵੇਲੇ ਇਹ ਇਨਸਾਨ ਆਪਣੇ ਘਰ ਜਾ ਕੇ ਸੌਂ ਗਿਆ ਅਤੇ ਰਾਤ ਨੂੰ ਸੁੱਤੇ ਨੂੰ ਅਚਾਨਕ ਸੁਪਨੇ ਦੇ ਵਿੱਚ ਕੋਈ ਕਾਲੇ ਕੱਪੜੇ ਪਾ ਕੇ ਵਿਸ਼ਾਲ ਕਿਸਮ ਦਾ ਇੱਕ ਦੈਂਤ ਦਿਸਿਆ, ਜੋ ਇਸ ਨੂੰ ਕਹਿੰਦਾ ਕਿ ਮੇਰੀ ਗੱਲ ਸੁਣ, ਤੇਰੇ ਪਾਪਾਂ ਦਾ ਹਿਸਾਬ ਕਰੀਏ। ਰਾਤ ਨੂੰ ਤੜਪ ਕੇ ਉੱਠਿਆ। ਇਹਦੇ ਨਾਲ ਪਹਿਲੀ ਵਾਰ ਨਹੀਂ ਸੀ ਹੋਇਆ, ਅਕਸਰ ਇਹਦੇ ਨਾਲ ਇੱਦਾਂ ਦਾ ਕੁਝ ਵਾਪਰ ਰਿਹਾ ਸੀ। ਜਦੋਂ ਰਾਤ ਨੂੰ ਇਹ ਤਬਕ ਕੇ ਉੱਠਦਾ ਤੇ ਡਰ ਕੇ ਉੱਠਦਾ, ਸਹਿਮ ਜਾਂਦਾ। ਇਸ ਦੀ ਘਰਵਾਲੀ ਇਸ ਨੂੰ ਕਹਿੰਦੀ ਕਿ ਤੁਹਾਡੇ ਨਾਲ ਕੀ ਵਾਪਰਦਾ ਹੈ? ਇਸ ਨੇ ਪਹਿਲਾਂ ਕਦੀ ਨਾ ਦੱਸਿਆ ਤੇ ਫਿਰ ਉਸ ਰਾਤ ਇਸ ਨੇ ਦੱਸ ਦਿੱਤਾ ਕਿ ਇਸ ਤਰ੍ਹਾਂ ਕਾਲੇ ਕੱਪੜੇ ਪਾਏ ਹੋਏ ਉਸਦੇ ਹੱਥ ਵਿੱਚ ਜਿਵੇਂ ਇੱਕ ਵੱਡਾ ਹਥਿਆਰ ਹੋਵੇ ਤੇ ਉਹ ਮੈਨੂੰ ਕਹਿ ਰਿਹਾ ਕਿ ਤੇਰੇ ਪਾਪਾਂ ਦਾ ਹਿਸਾਬ ਕਰੀਏ। ਘਰਵਾਲੀ ਕਹਿੰਦੀ ਕਿ ਕੋਈ ਗੱਲ ਨਹੀਂ, ਗਲਤੀ ਤੁਹਾਡੇ ਤੋਂ ਹੋਈ ਹੈ, ਗਲਤੀ ਦੀ ਜਿਹੜੀ ਮਾफ़ੀ ਪਰਮਾਤਮਾ ਤੋਂ ਮੰਗੋ, ਡਰ ਭੈ ਆਪੇ ਦੂਰ ਹੋ ਜਾਣਗੇ। ਇਹ ਕਹਿੰਦਾ ਕਿ ਠੀਕ ਹੈ। ਅਗਲੇ ਦਿਨ ਜਦੋਂ ਵਾਪਸ ਇਹ ਪੂਜਾ ਸਥਾਨ 'ਤੇ ਗਿਆ ਤੇ ਉਸ ਸੰਤ ਫਕੀਰ ਨੂੰ ਮਿਲਿਆ। ਪਹਿਲੇ ਦਿਨ ਦੇ ਕੰਮ ਨਿਬੇੜ ਕੇ ਦੁਪਹਿਰ ਵੇਲੇ ਉਹਦੇ ਨਾਲ ਵਿਚਾਰ ਚਰਚਾ ਕਰਨ ਲੱਗਿਆ ਤਾਂ ਉਸ ਸੰਤ ਫਕੀਰ ਨੂੰ ਇਸ ਨੇ ਆਪਣੇ ਮਨ ਦਾ ਡਰ ਦੱਸ ਦਿੱਤਾ। ਉਸ ਨੂੰ ਇਸ ਨੇ ਦੱਸ ਦਿੱਤਾ ਕਿ ਮੈਂ ਕੀ ਗਲਤੀ ਕੀਤੀ ਤੇ ਹੁਣ ਮੇਰੇ ਨਾਲ ਕੀ ਵਾਪਰ ਰਿਹਾ ਹੈ, ਕਿਉਂ ਮੈਂ ਬੇਚੈਨ ਹਾਂ, ਕਿਉਂ ਮੇਰੀ ਰਾਤਾਂ ਦੀ ਨੀਂਦ ਪੂਰੀ ਨਹੀਂ ਹੋ ਰਹੀ। ਸਾਰੀ ਗੱਲ ਉਹਦੇ ਨਾਲ ਸਾਂਝੀ ਕੀਤੀ। ਉਹ ਸੰਤ ਫਕੀਰ ਨੇ ਠਰ੍ਹੰਮੇ ਨਾਲ ਬੈਠ ਕੇ ਗੱਲ ਸੁਣੀ ਅਤੇ ਉਸਨੇ ਕਿਹਾ ਕਿ ਦੇਖ ਭਾਈ, ਕੁਝ ਨਹੀਂ ਹੈ, ਤੇਰੇ ਮਨ ਦੇ ਉੱਤੇ ਬੋਝ ਹੈ, ਗਲਤੀ ਤੂੰ ਕੀਤੀ ਹੈ, ਪਰ ਤੂੰ ਗਲਤੀ ਮੰਨ ਕੇ ਬਹੁਤ ਵੱਡਾ ਤੂੰ ਦਿਲ ਦਿਖਾਇਆ ਹੈ। ਗਲਤੀ ਤਾਂ ਸੀ ਜੇ ਤੂੰ ਉਸ ਮਾਇਆ ਦਾ ਦੁਰਉਪਯੋਗ ਕਰ ਲੈਂਦਾ, ਪਰ ਤੂੰ ਤਾਂ ਸਮਾਂ ਰਹਿੰਦਿਆਂ ਆਪਣੀ ਗਲਤੀ ਸੁਧਾਰ ਲਈ ਹੈ। ਹੁਣ ਤੈਨੂੰ ਉਸ ਚੀਜ਼ ਤੋਂ ਡਰਨ ਦੀ ਲੋੜ ਨਹੀਂ। ਉਹ ਕਾਲ ਹੈ ਜਾਂ ਜੋ ਵੀ ਹੈ, ਤੈਨੂੰ ਉਸ ਤੋਂ ਭੈ ਮੰਨਣ ਦੀ ਜ਼ਰੂਰਤ ਨਹੀਂ। ਅੱਜ ਰਾਤ ਜਦੋਂ ਸੌਵੇਂਗਾ, ਤੇਰੇ ਸੁਪਨੇ ਦੇ ਵਿੱਚੋਂ ਵਾਪਸ ਆਵੇਂਗਾ ਤਾਂ ਉਸਦੇ ਨਾਲ ਗੱਲਬਾਤ ਕਰੀ ਤੇ ਪੁੱਛੀ ਕੀ ਕਹਿੰਦਾ ਹੈ। ਕੱਲ੍ਹ ਨੂੰ ਮੈਨੂੰ ਆ ਕੇ ਗੱਲ ਦੀ ਸਾਂਝ ਪਾਈ ਮੇਰੇ ਨਾਲ, ਪਤਾ ਤਾਂ ਲੱਗੇ ਕਿ ਉਹ ਚਾਹੁੰਦਾ ਕੀ ਹੈ। ਇਹ ਪੁਜਾਰੀ ਰਾਤ ਵੇਲੇ ਘਰ ਵਾਪਸ ਪਰਤ ਗਿਆ ਤੇ ਰਾਤ ਨੂੰ ਜਾ ਕੇ ਜਦੋਂ ਸੁੱਤਾ, ਅੱਧੀ ਕੁ ਰਾਤ ਨੂੰ ਫਿਰ ਦੁਬਾਰਾ ਉਹੀ ਕਾਲੇ ਕੱਪੜਿਆਂ ਵਾਲਾ ਵਿਸ਼ਾਲ ਦੈਂਤ ਰੂਪੀ ਇਨਸਾਨ ਇਹਦੇ ਸੁਪਨੇ ਦੇ ਵਿੱਚ ਆਇਆ। ਇਸ ਨੇ ਡਰਦੇ ਉਸ ਨਾਲ ਗੱਲਬਾਤ ਸ਼ੁਰੂ ਕੀਤੀ। ਉਹ ਇਸ ਨੂੰ ਕਹਿੰਦਾ ਕਿ ਦੇਖ, ਤੇਰੀ ਗਲਤੀ ਜੋ ਹੋਈ ਹੈ, ਇਹਦੇ ਬਦਲੇ ਦੇ ਵਿੱਚ ਤੈਨੂੰ 7 ਸਾਲ ਮੈਨੂੰ ਆਪਣੇ ਘਰ ਰੱਖਣਾ ਪਵੇਗਾ। 7 ਸਾਲ ਤੇਰੇ ਘਰ ਕਾਲ ਰਵੇਗਾ। 7 ਸਾਲ ਤੈਨੂੰ ਮੇਰੇ ਤੱਕ ਮੇਰੀਆਂ ਜ਼ਦਾਤੀਆਂ ਸਹਿਣੀਆਂ ਪੈਣਗੀਆਂ। ਇਹ ਕਹਿੰਦਾ ਕਿ ਨਹੀਂ, ਮੈਂ ਤੇਰੀ ਗੱਲ ਨਾਲ ਰਾਜ਼ੀ ਨਹੀਂ ਹਾਂ। ਕੱਲ੍ਹ ਨੂੰ ਦੁਬਾਰਾ ਮੇਰੇ ਸੁਪਨੇ ਵਿੱਚ ਆਈ, ਮੈਂ ਕਿਸੇ ਸਿਆਣੇ ਤੋਂ ਰਾਏ ਲੈ ਕੇ ਤੈਨੂੰ ਦੱਸਾਂਗਾ। ਉਹ ਕਹਿੰਦਾ ਦੇਖ, ਤੂੰ ਮੈਨੂੰ ਮਨਾ ਨਹੀਂ ਕਰ ਸਕਦਾ, ਤੇਰੇ ਘਰ ਮੈਂ ਰਹਿਣਾ ਜ਼ਰੂਰ ਹੈ, ਆਉਣਾ ਜ਼ਰੂਰ ਹੈ। ਸਲਾਹ ਮਸ਼ਵਰੇ ਤੂੰ ਜਿੰਨੇ ਮਰਜ਼ੀ ਲੈ, ਆਪਣੇ ਦਿਲ ਦੀ ਗੱਲ ਤੂੰ ਆ ਕੇ ਕਰ ਲਵੇਂ। ਜਿਸ ਤੋਂ ਸਲਾਹ ਲੈਣੀ ਹੈ ਤੂੰ ਲੈ, ਪਰ ਕੱਲ੍ਹ ਨੂੰ ਆ ਕੇ ਮੈਨੂੰ ਦੱਸ ਤੂੰ ਕੀ ਮਨ ਬਣਾਇਆ ਹੈ, ਕੀ ਵਿਚਾਰ ਹੈ ਤੇਰਾ। ਕਹਿੰਦਾ ਕਿ ਠੀਕ ਹੈ। ਅਗਲੇ ਦਿਨ ਜਾ ਕੇ ਉਹ ਸਿਆਣੇ ਸੰਤ ਫਕੀਰ ਨੂੰ ਸਾਰੀ ਗੱਲ ਦੱਸਦਾ ਹੈ। ਉਹ ਕਹਿੰਦਾ ਹੈ ਕਿ ਕਾਲ ਜੇ ਘਰ ਵੇ ਤਾਂ ਬਹੁਤ ਮਾੜਾ ਹੈ, ਜੇ ਜ਼ਿਆਦਾ ਸਮਾਂ ਰਵੇ ਤਾਂ ਸਤਿਆਨਾਸ਼ ਕਰ ਜਾਵੇਗਾ। ਘਰ ਵਿੱਚ ਕਈ ਕਿਸਮ ਦੀਆਂ ਬਿਮਾਰੀਆਂ, ਰੋਗ ਆ ਜਾਣਗੇ, ਹਰ ਪਾਸੇ ਲੜਾਈ ਪਵੇਗੀ, ਪਿੰਡ ਦੇ ਵਿੱਚ ਤੇਰਾ ਰੋਬ ਰੁਤਬਾ ਖਤਮ ਹੋ ਜਾਵੇਗਾ। ਬਹੁਤ ਸਮਾਂ ਕਾਲ ਘਰੇ ਨਹੀਂ ਰਹਿਣਾ ਚਾਹੀਦਾ। ਉਸ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਾ, ਉਸ ਨੂੰ ਘੱਟ ਤੋਂ ਘੱਟ ਸਮੇਂ ਦੇ ਲਈ ਮਨਾ, ਘੱਟ ਤੋਂ ਘੱਟ ਸਮਾਂ। ਉਹ 1.5 ਦਿਨ ਤੇਰੇ ਕੋਲ ਰਹੇਗਾ ਅਤੇ ਉਸ ਨੂੰ 1.5 ਦਿਨ ਦੇ ਲਈ ਰਾਜ਼ੀ ਕਰ ਲਵੀਂ ਅਤੇ 1.5 ਦਿਨ ਦੇ ਵਿੱਚ ਫਿਰ ਕਿਵੇਂ ਉਸ ਕਾਲ ਤੋਂ ਨਿਜਾਤ ਪਾਉਣਾ ਹੈ ਉਹ ਮੈਂ ਤੈਨੂੰ ਦੱਸ ਦੇਵਾਂਗਾ। ਪੁਜਾਰੀ ਵਾਪਸ ਆਪਣੇ ਘਰ ਜਾ ਕੇ ਸੁੱਤਾ। ਜਾ ਕੇ ਉਸਦੇ ਸੁਪਨੇ ਵਿੱਚ ਜਦੋਂ ਉਹ ਕਾਲ ਰੂਪੀ ਦੈਂਤ ਆਇਆ, ਉਸ ਨੇ ਗੱਲਬਾਤ ਕੀਤੀ ਤਾਂ ਇਸ ਨੇ ਉਸ ਨੂੰ ਕਿਹਾ ਕਿ 7 ਸਾਲ ਬਹੁਤ ਜ਼ਿਆਦਾ ਹੈ, ਘੱਟ ਕਰ ਲੈ। ਉਹ 7 ਸਾਲਾਂ ਤੋਂ 7 ਮਹੀਨਿਆਂ 'ਤੇ ਆਇਆ, ਫਿਰ 7 ਦਿਨਾਂ ਦੇ ਲਈ ਉਸ ਨੇ ਕਿਹਾ ਕਿ ਮੈਂ ਘੱਟੋ ਘੱਟ 1.5 ਦਿਨ ਤੇਰੇ ਘਰ ਜ਼ਰੂਰ ਰਵਾਂਗਾ, ਤੇਰੇ ਨਾਲ ਰਵਾਂਗਾ, ਤੇਰੇ ਕਾਲ ਬਣ ਕੇ ਤੇਰਾ ਖਾਤਮਾ ਕਰ ਦਿਆਂਗਾ। ਤੂੰ ਦੇਖੀ, ਤੂੰ ਜਿਹੜੀ ਗਲਤੀ ਕੀਤੀ ਹੈ ਉਸ ਦਾ ਤੈਨੂੰ ਜਿਹੜਾ ਭੁਗਤਾਨ ਹੈ ਉਹ ਕਾਲ ਦੇ ਰੂਪ ਦੇ ਵਿੱਚ ਕਰਵਾਉਣਾ ਪੈਣਾ ਹੈ।
ਕਹਿੰਦਾ ਠੀਕ ਹੈ, ਤੂੰ ਮੇਰੇ ਨਾਲ 1.5 ਦਿਨ ਰਹਿ ਸਕਦਾ ਹੈ। ਅਗਲੇ ਦਿਨ ਜਾ ਕੇ ਸੂਫੀ ਸੰਤ ਫਕੀਰ ਨੂੰ ਫਿਰ ਦੱਸਦਾ। ਉਹ ਕਹਿੰਦਾ ਕਿ ਕੋਈ ਗੱਲ ਨਹੀਂ, ਹੁਣ ਇੱਥੋਂ ਤੱਕ ਮੈਂ ਤੇਰਾ ਸਾਥ ਦੇਣਾ ਹੈ। ਹੁਣ ਮੈਂ ਜਾ ਰਿਹਾ ਹਾਂ, ਹੁਣ ਤੂੰ ਆਪਣੇ ਦਿਮਾਗ ਤੋਂ ਕੰਮ ਲੈਣਾ ਹੈ, ਆਪਣੇ ਪਰਮਾਤਮਾ ਤੋਂ ਮਦਦ ਲੈਣੀ ਹੈ। ਗਲਤੀ ਤੂੰ ਕੀਤੀ ਹੈ ਅਤੇ ਇਸ ਗਲਤੀ ਦਾ ਪਛਤਾਵਾ ਕਰਨ ਦਾ ਇਹੀ ਸਹੀ ਮੌਕਾ ਹੈ। ਕਹਿੰਦਾ ਠੀਕ ਹੈ। ਹੁਣ ਕਾਲ ਉਸ ਦੇ ਨਾਲ ਰਹਿਣਾ ਆਰੰਭ ਹੋ ਰਿਹਾ ਸੀ। ਅਗਲੇ ਦਿਨ ਤੋਂ ਲੈ ਕੇ ਉਸ ਤੋਂ ਅਗਲੇ ਦਿਨ ਦੀ ਦੁਪਹਿਰ ਤੱਕ ਉਸਨੇ ਪੂਰਾ 1.5 ਦਿਨ ਉਹਦੇ ਨਾਲ ਰਹਿਣਾ ਸੀ ਅਤੇ ਉਸ ਨੂੰ ਪਤਾ ਸੀ ਕਿ ਇਸ ਨੇ ਮੇਰਾ ਨੁਕਸਾਨ ਕਰਨਾ ਹੈ। ਅਗਲਾ ਦਿਨ ਜਦੋਂ ਚੜ੍ਹਨ ਵਾਲਾ ਸੀ, ਉਸਨੇ ਆਪਣੀ ਘਰਵਾਲੀ ਦੇ ਨਾਲ ਗੱਲਬਾਤ ਕੀਤੀ। ਉਸ ਨੂੰ ਕਹਿੰਦਾ ਕਿ ਮੈਂ ਇਸ ਤਰ੍ਹਾਂ ਕਰਦਾ ਹਾਂ, ਦੂਰ ਦੁਰਾਡੇ ਜੰਗਲਾਂ ਦੇ ਵਿੱਚ ਨਿਕਲ ਜਾਂਦਾ ਹਾਂ। ਇਹ ਕਾਲ ਮੇਰਾ ਜੰਗਲਾਂ ਦੇ ਵਿੱਚ ਕੀ ਵਿਗਾੜ ਲਵੇਗਾ। ਮੈਨੂੰ ਤੂੰ ਕੁਝ ਰੋਟੀ ਪਾਣੀ ਬਣਾ ਕੇ ਦੇ ਦੇ ਅਤੇ ਮੈਂ ਉੱਥੇ ਜਾ ਕੇ ਇਸ ਨੂੰ 1.5 ਦਿਨ ਉਲਝਾ ਕੇ ਰੱਖਾਂਗਾ ਅਤੇ ਬਚ ਕੇ ਵਾਪਸ ਆ ਜਾਵਾਂਗਾ। ਦਰਅਸਲ ਕਾਲ ਆਪਣਾ ਕੰਮ ਸ਼ੁਰੂ ਕਰ ਚੁੱਕਾ ਸੀ। ਕਾਲ ਨੇ ਇਸ ਪੁਜਾਰੀ ਦੇ ਦਿਮਾਗ ਦੇ ਉੱਤੇ ਇੱਕ ਪਰਦਾ ਪਾ ਦਿੱਤਾ ਸੀ। ਇਸ ਨੂੰ ਇਹ ਭੁੱਲ ਚੁੱਕਿਆ ਸੀ ਕਿ ਕਾਲ ਜੇ ਮੇਰੇ ਨਾਲ ਰਹੇਗਾ, ਜੇ ਮੈਂ ਪੂਜਾ ਪਾਠ ਦੇ ਵਿੱਚ ਲੀਨ ਹੋਵਾਂਗਾ ਤਾਂ ਫਿਰ ਉਹ ਮੇਰਾ ਕੁਝ ਨਹੀਂ ਵਿਗਾੜ ਸਕਦਾ। ਪਰ ਕਾਲ ਨੇ ਇਸ ਤੋਂ ਗਲਤ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ। ਇਸ ਨੇ ਜਿਵੇਂ ਹੀ ਦਿਨ ਦਾ ਚੜ੍ਹਾਅ ਹੋਇਆ, ਇਸ ਨੇ ਆਪਣਾ ਖਾਣਾ ਪਾਣੀ ਨਾਲ ਲਿਆ ਅਤੇ ਜੰਗਲਾਂ ਵੱਲ ਨੂੰ ਤੁਰ ਗਿਆ। ਕਾਲ ਨੇ ਭੇਸ ਬਦਲਿਆ ਅਤੇ ਰਸਤੇ ਦੇ ਵਿੱਚ ਇੱਕ ਖੇਤ ਦੇ ਵਿੱਚ ਉਸ ਨੇ 2 ਮਿੱਠੇ ਮਤੀਰੀਆਂ ਦਾ ਰੂਪ ਲੈ ਲਿਆ ਅਤੇ ਤਰਬੂਜਾਂ ਦਾ ਰੂਪ ਲੈ ਲਿਆ। ਅਤੇ ਲੰਘੇ ਜਾਂਦੇ ਪੁਜਾਰੀ ਨੇ ਸੋਚਿਆ ਕਿ ਗਰਮੀ ਸ਼ਦੀਦ ਹੈ, ਕਾਫੀ ਗਰਮੀ ਵੱਧ ਰਹੀ ਹੈ ਅਤੇ ਗਰਮੀ ਦੇ ਇਸ ਫਲ ਦਾ ਆਨੰਦ ਮਾਣ ਲੈਂਦੇ ਹਾਂ। ਇਸ ਪੁਜਾਰੀ ਨੇ ਇਸ ਖੇਤ ਦੇ ਵਿੱਚੋਂ 2 ਮਤੀਰੇ ਤੋੜ ਲਏ ਅਤੇ ਉੱਚੀ ਉੱਚੀ ਆਵਾਜ਼ਾਂ ਲਗਾਈਆਂ ਕਿ ਭਾਈ ਕੋਈ ਹੈ, ਮੈਂ ਤੁਹਾਨੂੰ ਇਹਨਾਂ ਮਤੀਰਿਆਂ ਦੇ ਬਦਲੇ ਕੁਝ ਰਾਸ਼ੀ ਦੇਣਾ ਚਾਹੁੰਦਾ ਹਾਂ। ਕੋਈ ਨਹੀਂ ਉੱਥੇ ਪਰਤਿਆ ਅਤੇ ਇਸ ਨੇ ਉਹਨਾਂ ਮਤੀਰਿਆਂ ਦੀ ਵੱਲ ਦੇ ਉੱਤੇ ਇੱਕ ਮੋਹਰ ਰੱਖ ਦਿੱਤੀ, ਇੱਕ ਸਿੱਕਾ ਰੱਖ ਦਿੱਤਾ, ਜਿੰਨੀ ਇਹਨਾਂ ਦੀ ਬਣਦੀ ਕੀਮਤ ਸੀ। ਕੀਮਤ ਰੱਖ ਕੇ ਅੱਗੇ ਨੂੰ ਤੁਰ ਗਿਆ। ਜੰਗਲ ਦੇ ਵਿੱਚ ਜਾ ਰਿਹਾ ਸੀ। ਉਸ ਕਾਲ ਨੇ ਆਪਣਾ ਫਿਰ ਤੋਂ ਰੂਪ ਦਿਖਾਇਆ। ਉਸਨੇ ਮਤੀਰਿਆਂ ਦੀ ਜਗ੍ਹਾ ਕੁਝ ਹੋਰ ਇਸ ਦੇ ਥੈਲੇ ਦੇ ਵਿੱਚ ਰੱਖ ਦਿੱਤਾ। ਜਾਂਦਿਆਂ ਨੂੰ ਅੱਗੋਂ ਰਾਜੇ ਦੀਆਂ ਫੌਜਾਂ ਨੇ ਇਸ ਨੂੰ ਘੇਰ ਲਿਆ। 4 ਕੁ ਸਿਪਾਹੀਆਂ ਨੇ ਇਸ ਨੂੰ ਰੋਕਿਆ ਅਤੇ ਕਿਹਾ ਕਿ ਕੌਣ ਹੈ, ਇੱਥੇ ਚੱਲਿਆ ਹੈ। ਇਸ ਨੇ ਦੱਸਿਆ ਕਿ ਮੈਂ ਫਲਾਣੇ ਨਗਰ ਦੇ ਵਿੱਚ ਪੁਜਾਰੀ ਹਾਂ ਅਤੇ ਮੈਂ ਘੁੰਮਣ ਫਿਰਨ ਦੇ ਲਈ ਜੰਗਲ ਜਾ ਰਿਹਾ ਹਾਂ। ਅਸਲੀ ਗੱਲ ਇਸ ਨੇ ਨਾ ਦੱਸੀ। ਕਹਿੰਦੇ ਪੁਜਾਰੀ ਦਾ ਤਾਂ ਜੰਗਲ ਦੇ ਵੱਲ ਕੋਈ ਜਾਣ ਦਾ ਕੰਮ ਹੀ ਨਹੀਂ ਬਣਦਾ। ਤੂੰ ਉੱਥੇ ਕਿਉਂ ਜਾ ਰਿਹਾ ਹੈ, ਸੱਚੀ ਗੱਲ ਦੱਸ ਅਤੇ ਤੈਨੂੰ ਜਾਣ ਦਿਆਂਗੇ। ਇਹ ਕਹਿੰਦਾ ਕਿ ਮੈਂ ਸੱਚੀ ਗੱਲ ਦੱਸ ਰਿਹਾ, ਮੈਂ ਝੂਠ ਨਹੀਂ ਬੋਲ ਰਿਹਾ। ਉਸਨੇ ਕਿਹਾ ਕਿ ਠੀਕ ਹੈ, ਇਸ ਤਰ੍ਹਾਂ ਕਰਦੇ ਹਾਂ, ਤੇਰੀ ਇੱਕ ਵਾਰੀ ਤਲਾਸ਼ੀ ਕਰ ਲੈਂਦੇ ਹਾਂ, ਉਸ ਤੋਂ ਬਾਅਦ ਤੂੰ ਆਪਣੇ ਰਾਹ ਅਤੇ ਅਸੀਂ ਆਪਣੇ ਰਾਹ। ਜਦੋਂ ਇਸ ਦੀ ਤਲਾਸ਼ੀ ਕਰਨ ਲੱਗੇ ਤਾਂ ਇਸ ਦੇ ਉਸ ਥੈਲੇ ਦੇ ਵਿੱਚੋਂ, ਝੋਲੇ ਦੇ ਵਿੱਚੋਂ ਰਾਜੇ ਦੇ 2 ਪੁੱਤਰਾਂ ਦੇ ਸਿਰ ਨਿਕਲੇ। ਇਸ ਨੂੰ ਹੱਥਕੜੀਆਂ ਲਗਾ ਦਿੱਤੀਆਂ ਗਈਆਂ। ਰਾਜੇ ਦੇ ਦਰਬਾਰ ਲਿਜਾਇਆ ਗਿਆ ਅਤੇ ਇਸ ਦਿਨ ਦੀ ਅਜੇ ਦੁਪਹਿਰ ਹੀ ਹੋ ਰਹੀ ਸੀ। ਰਾਜੇ ਦਾ ਗੁੱਸੇ ਦੇ ਵਿੱਚ ਲਾਲ ਪੀਲਾ ਹੋ ਗਿਆ। ਉਸਦੇ 2 ਬੱਚੇ ਜੰਗਲ ਦੇ ਵਿੱਚ ਉਸ ਵੇਲੇ ਸ਼ਿਕਾਰ ਕਰਨ ਗਏ ਹੋਏ ਸਨ। ਸਾਰੇ ਦਰਬਾਰ ਨੂੰ ਇਹ ਗੱਲ 'ਤੇ ਯਕੀਨ ਆ ਗਿਆ ਕਿ ਇਸ ਪੁਜਾਰੀ ਨੇ ਉਹਨਾਂ ਦਾ ਕਤਲ ਕਰ ਦਿੱਤਾ ਹੈ। ਸਿਰ ਕਲਮ ਕਰਕੇ ਝੋਲੀ ਦੇ ਵਿੱਚ ਪਾ ਲਏ ਨੇ ਅਤੇ ਰਾਜੇ ਨੇ ਹੁਕਮ ਦਿੱਤਾ ਕਿ ਇਸ ਤਰ੍ਹਾਂ ਕਰੋ, ਬੱਚਿਆਂ ਦੇ ਧੜ ਲੱਭ ਕੇ ਲਿਆਓ ਅਤੇ ਇਹਨੂੰ ਕੱਲ੍ਹ ਦੁਪਹਿਰ ਸਹੀ 11 ਵਜੇ ਇਸ ਨੂੰ ਸਜ਼ਾ ਸੁਣਾਈ ਜਾਊਗੀ। ਇਸ ਨੂੰ ਸੂਲੀ 'ਤੇ ਟੰਗ ਦਿਓ, ਇਸ ਨੂੰ ਮਾਰ ਦਿੱਤਾ ਜਾਊਗਾ। ਪੁਜਾਰੀ ਸਮਝ ਗਿਆ ਕਿ ਕਾਲ ਨੇ ਆਪਣਾ ਰੂਪ ਦਿਖਾ ਦਿੱਤਾ ਹੈ, ਮੈਨੂੰ ਘੇਰ ਲਿਆ ਹੈ। ਉਹ ਬਹੁਤ ਤੇਜ਼ ਰਿਹਾ। ਜੇ 7 ਸਾਲ ਰਹਿ ਜਾਂਦਾ ਤਾਂ ਮੈਨੂੰ ਖਰੇ ਕਿੰਨੀ ਵਾਰੀ ਨੁਕਸਾਨ ਕਰਦਾ। ਇਹ ਤਾਂ ਇੱਕੋ ਵਾਰ ਦੇ ਵਿੱਚ ਹੀ ਮੈਨੂੰ ਖਾਤਮੇ ਦੇ ਵੱਲ ਲੈ ਗਿਆ ਹੈ। ਹੁਣ ਰਾਤ ਨੂੰ ਜਦੋਂ ਇਸ ਨੂੰ ਕਾਲ ਕੋਠੜੀ ਦੇ ਵਿੱਚ ਬੰਦ ਕੀਤਾ ਤੇ ਸਾਰੀ ਰਾਤ ਦਿਮਾਗ ਦੇ ਘੋੜੇ ਦੌੜਾਉਂਦਾ ਰਿਹਾ, ਸੋਚਦਾ ਰਿਹਾ ਕਿ ਉਹ ਸੰਤ ਫਕੀਰ ਨੇ ਮੈਨੂੰ ਕਿਉਂ ਕਿਹਾ ਸੀ ਕਿ ਹੁਣ ਇਸ ਤੋਂ ਬਾਅਦ ਤੂੰ ਆਪਣਾ ਦਿਮਾਗ ਲੜਾ। ਸਾਰੀ ਰਾਤ ਦਿਮਾਗ ਲਗਾਇਆ। ਦਿਨ ਦੇ ਚੜ੍ਹਾਅ ਨਾਲ ਇਸ ਨੂੰ ਗੱਲ ਸਮਝਾਈ। ਬਹੁਤ ਵੱਡੀ ਗਲਤੀ ਕੀਤੀ। ਇਹ ਸਮਾਂ ਸੀ ਮੈਨੂੰ ਪਰਮਾਤਮਾ ਦੀ ਮਦਦ ਲੈਣ ਦਾ, ਪਰਮਾਤਮਾ ਦਾ ਨਾਮ ਲੈਣ ਦਾ। ਆਪਣੇ ਮਨ ਨੂੰ ਮੈਂ ਟਿਕਾ ਕੇ ਰੱਖਦਾ ਅਤੇ ਮੈਂ ਬਚ ਜਾਂਦਾ। ਮੈਂ ਗਲਤੀ ਕੀਤੀ ਜਿਹੜਾ ਬਾਹਰ ਨੂੰ ਤੁਰ ਪਿਆ। ਇਸ ਨੇ ਸੋਚਿਆ। ਸਵੇਰ ਦੇ ਚੜ੍ਹਾਅ ਦੇ ਨਾਲ ਪਰਮਾਤਮਾ ਦਾ ਨਾਮ ਲਿਆ। ਜਦੋਂ 10 ਕੁ ਵਜੇ ਇਸ ਨੂੰ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ, ਇਸ ਨੂੰ ਪੁੱਛਿਆ ਗਿਆ, ਆਪਣੀ ਆਖਰੀ ਇੱਛਾ ਦੱਸ। 1 ਘੰਟੇ ਬਾਅਦ ਤੈਨੂੰ ਫਾਂਸੀ ਦੇਣੀ ਹੈ, ਤੂੰ ਇਸ ਦੁਨੀਆ ਤੋਂ ਰੁਖਸਤ ਹੋਣਾ ਹੈ।
ਇਸਨੇ ਕਿਹਾ ਕਿ ਇਸ ਤਰ੍ਹਾਂ ਹੈ ਕਿ ਪਹਿਲਾਂ ਤਾਂ ਮੈਂ ਇਸ਼ਨਾਨ ਕਰਾਂਗਾ, ਉਸ ਤੋਂ ਬਾਅਦ ਮੈਂ ਪੂਜਾ ਪਾਠ ਕਰਾਂਗਾ। ਮੈਨੂੰ ਥੋੜ੍ਹਾ ਸਮਾਂ ਪੂਜਾ ਪਾਠ ਦੇ ਲਈ ਦਿਓ, ਫਿਰ ਚਾਹੇ ਮੈਨੂੰ ਫਾਂਸੀ ਦਿਓ, ਚਾਹੇ ਸੂਲੀ ਚੜ੍ਹਾ ਦਿਓ, ਚਾਹੇ ਟੋਟੇ ਟੋਟੇ ਕਰ ਦਿਓ। ਜੇ ਮੈਂ ਗਲਤੀ ਕੀਤੀ ਤਾਂ ਮੈਂ ਸਜ਼ਾ ਦਾ ਹੱਕਦਾਰ ਹਾਂ। ਰਾਜੇ ਨੇ ਕਿਹਾ ਕਿ ਠੀਕ ਹੈ, ਪਹਿਲਾਂ ਤੂੰ ਕਦੇ ਵੀ ਕੋਈ ਗਲਤੀ ਕੀਤੀ ਨਹੀਂ, ਪਹਿਲਾਂ ਤੂੰ ਕੋਈ ਨੁਕਸਾਨ ਨਹੀਂ ਕੀਤਾ ਕਿਸੇ ਦਾ, ਅਤੇ ਇਸ ਕਰਕੇ ਤੇਰੀ ਇਹ ਇੱਛਾ ਹੈ ਉਹ ਜ਼ਰੂਰ ਪੂਰੀ ਕਰਾਂਗੇ। ਰਾਜੇ ਨੇ ਇਸ ਦੀ ਗੱਲ ਮੰਨ ਲਈ ਅਤੇ ਇਸ ਨੂੰ ਇਸ਼ਨਾਨ ਕਰਵਾਇਆ ਗਿਆ। ਉਸ ਤੋਂ ਬਾਅਦ ਪੂਜਾ ਪਾਠ ਦੇ ਉੱਤੇ ਬੈਠ ਗਿਆ। ਜਿਸ ਸਮੇਂ ਪੂਜਾ ਪਾਠ ਲਈ ਬੈਠਿਆ ਹੋਇਆ ਸੀ ਤਾਂ ਇਸ ਨੂੰ ਸਮਾਂ ਲੰਘਦਾ ਗਿਆ। ਉਹ 1.5 ਦਿਨ ਦਾ ਜਿਹੜਾ ਕਾਲ ਸੀ ਉਹਦਾ ਸਮਾਂ ਪੂਰਾ ਹੋ ਗਿਆ। ਜਦੋਂ ਦੁਪਹਿਰ ਦੇ 12 ਵੱਜ ਗਏ ਤਾਂ ਉਹਦਾ ਸਮਾਂ ਲੰਘ ਗਿਆ ਅਤੇ ਇਸ ਨੇ ਆਪਣਾ ਪੂਜਾ ਪਾਠ ਸਮਾਪਤ ਕਰ ਦਿੱਤਾ। ਇਸ ਨੇ ਪੂਜਾ ਪਾਠ ਸਮਾਪਤ ਕਰਨ ਤੋਂ ਬਾਅਦ ਕਿਹਾ ਕਿ ਹੁਣ ਤੁਹਾਡੀ ਜੋ ਮਰਜ਼ੀ ਹੈ ਉਹ ਤੁਸੀਂ ਮੈਨੂੰ ਸਜ਼ਾ ਦੇ ਸਕਦੇ ਹੋ। ਉਹ ਵੇਲਾ ਸੀ ਕਿ ਰਾਜੇ ਦੇ ਜਿਹੜੇ ਬੱਚੇ ਸ਼ਿਕਾਰ ਕਰਕੇ ਵਾਪਸ ਪਰਤ ਗਏ। ਰਾਜਾ ਬੜਾ ਹੈਰਾਨ ਹੋਇਆ ਕਿ ਇਹ ਕਿਵੇਂ ਵਾਪਰ ਸਕਦਾ ਹੈ। ਰਾਜੇ ਨੇ ਕਿਹਾ ਕਿ ਜਾਓ ਝੋਲੇ ਦੇਖੋ। ਝੋਲਿਆਂ ਦੇ ਵਿੱਚ ਕੀ? ਝੋਲਿਆਂ ਦੇ ਵਿੱਚ ਬਹੁਤ ਵੱਡੀ ਰਾਸ਼ੀ ਧਨ ਦੀ ਸੀ, ਸੋਨੇ ਦੀਆਂ ਮੋਹਰਾਂ ਸਨ। ਰਾਜੇ ਨੇ ਪੁਜਾਰੀ ਨੂੰ ਕਿਹਾ ਕਿ ਮਾਫ਼ੀ ਮੰਗਦਾ ਹਾਂ, ਮੈਥੋਂ ਦੇਖਣ ਵਿੱਚ ਪਰਖਣ ਦੇ ਵਿੱਚ ਕੋਈ ਗਲਤੀ ਰਹਿ ਗਈ ਹੈ। ਰਾਜੇ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਸ ਦਾ ਇੱਜ਼ਤ ਮਾਣ ਬਹਾਲ ਕਰਕੇ ਇਸ ਦੇ ਨਗਰ ਇਸ ਨੂੰ ਵਾਪਸ ਛੱਡ ਕੇ ਆਓ, ਜਾਂ ਜਿੱਥੇ ਇਸ ਦਾ ਦਿਲ ਕਰਦਾ ਹੈ ਇਸ ਨੂੰ ਪਹੁੰਚਾ ਕੇ ਆਓ। ਰਾਜੇ ਨੇ ਆਪਣੇ ਕੋਲੋਂ ਵੀ ਇਸ ਨੂੰ ਮਾਨ ਸਨਮਾਨ ਦਿੱਤਾ। ਇਸ ਨੂੰ ਇੱਜ਼ਤ ਮਾਨ ਦੇ ਇਸ ਦੇ ਘਰ ਭੇਜਿਆ ਗਿਆ ਅਤੇ ਹੁਣ ਇਹਦੇ ਕੋਲ ਇੱਜ਼ਤ ਮਾਨ ਦੇ ਨਾਲ ਨਾਲ ਅਥਾਹ ਧਨ ਦੌਲਤ ਸੀ। ਸੰਗਤ ਜੀ, ਕਹਾਣੀਕਾਰ ਨੇ ਇਸ ਦੇ ਵਿੱਚ ਸਾਨੂੰ ਇਹ ਸਮਝਾਇਆ ਹੈ ਕਿ ਜਾਣੇ ਅਣਜਾਣੇ ਦੇ ਵਿੱਚ ਜੇ ਸਾਡੇ ਤੋਂ ਗਲਤੀ ਹੋ ਜਾਵੇ ਤਾਂ ਸਾਨੂੰ ਮਾफ़ੀ ਮੰਗ ਲੈਣੀ ਚਾਹੀਦੀ ਹੈ। ਉਸ ਗਲਤੀ ਨੂੰ ਸੁਧਾਰ ਲੈਣਾ ਚਾਹੀਦਾ ਹੈ। ਕਦੇ ਵੀ ਗਲਤੀ ਨੂੰ ਛੁਪਾਉਣਾ ਨਹੀਂ ਚਾਹੀਦਾ। ਗਲਤੀ ਨੂੰ ਛੁਪਾਉਣ ਪਿੱਛੇ ਬੰਦਾ ਹੋਰ ਗਲਤੀਆਂ ਕਰਦਾ ਜਾਂਦਾ ਹੈ। ਕਦੇ ਵੀ ਪਰਮਾਤਮਾ ਦਾ ਨਾਮ ਨਹੀਂ ਭੁੱਲਣਾ ਚਾਹੀਦਾ। ਪਰਮਾਤਮਾ ਨੂੰ ਹਮੇਸ਼ਾ ਮਨ ਦੇ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ। ਜਦੋਂ ਕਿਤੇ ਭੀੜ ਪਵੇ ਤਾਂ ਉਦੋਂ ਪਰਮਾਤਮਾ ਨੇ ਹੀ ਕੰਮ ਆਉਣਾ ਹੈ, ਉਦੋਂ ਪਰਮਾਤਮਾ ਨੂੰ ਹੀ ਯਾਦ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।